ਕਿਹੜੀ ਅਮਰੀਕਾ ਵਾਲੀ FBI ਦੀ ਏਜੰਸੀ ਤੁਹਾਡੇ ਕੋਲ ਆ ਗਈ? ਕਿਹੜੀ ਤੁਸੀਂ ਰਸ਼ੀਆ ਵਾਲੀ KGB ਖੋਲ ਲਈ ਹੈ ਜਾਂ ਇਜ਼ਰਾਈਲ ਦੀ ਜਿਹੜੀ ਕੋਈ ਮਸਾਦ? ਬਾਬੇ ਨਾਨਕ ਨੇ ਕਾਬੇ ਵੱਲ ਪੈਰ ਕਰ ਲਏ ਸੀਗੇ ਤੇ ਕੀ ਮੁਸਲਮਾਨਾਂ ਨੇ ਬਾਬੇ ਨਾਨਕ ਨੂੰ ਮਾਰ ਦਿੱਤਾ ਸੀਗਾ? मैं भी मतलब उसे गुरु महाराज का बच्चा वा ते चरना दी धूड़ आ। 1 साल तो उपर हो गया, 14 महीने तो आ धरना इत्थे लगा। 328 ਸਰੂਪਾਂ ਦਾ लोग तुहाडे कोलों हिसाब मंगदे ने। अज जिहड़ी मैं गल करन लगा मेरे कोलों रिहा नहीं गया। मेरे साथियों ने, मेरे संगी साथियों ने मैनू बहुत मना किया कि इस इशू के उत्ते ना बोलिया जाए, पर अपना जमीर मार के ना तो जी सकदा ते ना अपनी जुबान बंद कर सकदा। मैं गल ये कर लगा कि जो श्री हरमंदर साहब दे विच उस दिन बज्जर जिहड़ी कताई हुई, बज्जर जिहड़ी गलती हुई, एक बंदे ने उत्थे मतलब गुरु महाराज दे स्वरूप की बेअदबी करन दी कोशिश की, भीड़ ने काबू करके ਉਹਨੂੰ ਮਾਰ ਦਿੱਤਾ ਔਰ ਸਾਰੇ ਜਾਣੇ ਉਹਦੇ ਉੱਤੇ ਕਹੀ ਜਾ ਰਹੇ ਆ, ਚਾਹੇ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਆ, ਚਾਹੇ ਸਾਡੇ ਸੂਬੇ ਦੇ CM ਨੇ, ਚਾਹੇ ਸਿੱਧੂ ਸਾਹਿਬ ਨੇ, ਚਾਹੇ SGPC ਦੇ ਪ੍ਰਧਾਨ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਇੱਕੋ ਹੀ ਗੱਲ ਕਰੀ ਜਾ ਰਹੇ ਕਿ ਬਹੁਤ ਵਧੀਆ ਇਸੇ ਤਰੀਕੇ ਹੀ ਸੋਧਾ ਲਾਇਆ ਜਾਊਗਾ, ਆ ਕੀਤਾ ਜਾਊਗਾ। मतलब किसी भी एडी वड्डी शख्सियत जिन्हां ने आपसी भाईचारा बना के रखना हुंदा, जिहदा संदेश देना हुंदा आपसी भाईचारे दा, किसी ने भी एक अपील नहीं की कि अपने सूबे दे विच, अपने धार्मिक स्थानां दे उत्ते, अपने शहरां दे विच शांति जिहड़ी बनाई रखी जावे। हुण मैं पुछण लगा, जिहड़ा उदण बंदा मर गया, जो उहने गलती कीती सीगी, चलो उहनूं ओहदी सज़ा मिली, की असीं इहदे विच जिੱਤੇ आ? ਉਹਦੇ ਵਿੱਚ ਫਰਜ਼ ਤੇ ਇਹ ਬਣਦਾ ਸੀ ਕਿ ਉਹਨੂੰ ਜਿੰਦਾ ਰੱਖਿਆ ਜਾਂਦਾ, ਉਹਨੂੰ ਕਾਬੂ ਕੀਤਾ ਜਾਂਦਾ। ਇਹਦੇ ਪਿੱਛੇ ਸਾਜ਼ਿਸ਼ ਸੀ ਜਾਂ ਇਹਦੇ ਪਿੱਛੇ ਕੀ ਸੀਗਾ, ਉਹ ਸਾਰਾ ਕੁਝ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਸੀਗਾ। ਇਹ ਆਪਣੇ ਅੰਦਰ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਜਿੱਤੇ ਆ ਕਿ ਅਸੀਂ ਹਾਰੇ ਆ। ਹੁਣ ਅਗਲੀ ਗੱਲ, ਕੱਲ ਜਿੱਥੋਂ ਮੈਂ ਬੋਲਣ ਲਈ ਮਜਬੂਰ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਿਹੜੇ ਬਣੇ ਨੇ ਧਾਮੀ ਸਾਹਿਬ, ਮੈਂ ਬੜੀਆਂ ਅਖਬਾਰਾਂ 'ਚ ਸੁਣਿਆ, ਬੜੇ ਲੋਕਾਂ ਤੋਂ ਸੁਣਿਆ ਕਿ ਟੌਹੜਾ ਸਾਹਿਬ ਦਾ ਯੁੱਗ ਵਾਪਸ ਆ ਗਿਆ। ਉਹਨਾਂ ਦੀ ਕੱਲ ਮੈਂ ਸਟੇਟਮੈਂਟ ਸੁਣਦਾ ਸੀਗਾ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹ ਬੋਲੇ ਨੇ ਕਿ ਇਹ ਜਿਹੜੀ ਜਾਂਚ ਹੈ ਪੁਲਿਸ ਕੋਲੋਂ ਨਹੀਂ ਕਰਾਈ ਜਾਊਗੀ, ਇਹ ਜਾਂਚ ਜਿਹੜੀ ਅਸੀਂ ਆਪ ਕਰਾਂਗੇ, ਆਪ ਇਹਦੇ ਉੱਤੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਹੁਣ ਮੈਂ ਪ੍ਰਧਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ, ਆ ਪਿਛਲੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿੰਦੇ ਨੇ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜਥੇਦਾਰ ਸਾਹਿਬ, ਜਦੋਂ 267 ਗੁਰੂ ਮਹਾਰਾਜ ਦੇ ਸਰੂਪ ਗਾਇਬ ਹੋਏ ਸੀਗੇ, ਜਿਨ੍ਹਾਂ ਦੀ ਸਭ ਤੋਂ ਪਹਿਲਾਂ ਰੌਲਾ ਮੈਂ ਪਾਇਆ ਸੀਗਾ, ਸਭ ਤੋਂ ਪਹਿਲਾਂ ਵੀਡੀਓ ਮੈਂ ਜਾਰੀ ਕੀਤੀ ਸੀਗੀ, ਤੇ ਤੁਸੀਂ ਇਹ ਕਿਹਾ ਸੀਗਾ ਕਿ ਇਹਦੀ ਮੈਂ ਜਾਂਚ ਕਰੂੰਗਾ, ਔਰ ਜਾਂਚ ਕਰਾ ਕੇ ਤੁਸੀਂ ਉਸ ਜਾਂਚ ਦੇ ਵਿੱਚ 328 ਸਰੂਪ ਦੱਸੇ ਸੀ, ਮੇਰੇ ਨਾਲੋਂ ਵੀ ਵਧਾ ਕੇ ਦੱਸੇ ਸੀਗੇ ਕਿ 267 ਨਹੀਂ 328 ਜਿਹੜੇ ਗੁਰੂ ਮਹਾਰਾਜ ਦੇ ਸਰੂਪ ਨੇ ਉਹ ਗਾਇਬ ਨੇ। ਔਰ ਤੁਹਾਡੇ ਤੋਂ ਬਾਅਦ, ਤੁਹਾਡੀ ਜਾਂਚ ਤੋਂ ਬਾਅਦ SGPC ਦੇ ਜਿਹੜੇ ਪਹਿਲੇ ਪ੍ਰਧਾਨ ਆ ਤੇ ਉਹਨਾਂ ਦੀ ਸਾਰੀ ਕਮੇਟੀ, ਉਹਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਬੰਦਿਆਂ ਦੇ ਨਾਂ ਲਏ, 10-12 ਬੰਦਿਆਂ ਦੇ, ਕਿ ਆਹ ਲੋਕ ਦੋਸ਼ੀ ਨੇ, ਇਹਨਾਂ ਬੰਦਿਆਂ ਦੇ ਖਿਲਾਫ ਕ੍ਰਿਮੀਨਲ ਕੇਸ ਦਰਜ ਕਰਾਇਆ ਜਾਊਗਾ, ਆ ਜਿਹੜੇ ਬਾਕੀ ਲੋਕ ਨੇ ਇਹਨਾਂ ਦੇ ਖਿਲਾਫ ਧਾਰਮਿਕ ਜਿਹੜੀ ਉਹ ਸਜ਼ਾ ਸੁਣਾਈ ਜਾਊਗੀ। ਔਰ ਅੱਜ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੀ ਇੰਟਰਵਿਊ ਸੁਣਦਾ ਸੀਗਾ ਮੈਂ ਇੱਕ ਚੈਨਲ ਦੇ ਉੱਤੇ, ਤੇ ਜਥੇਦਾਰ ਸਾਹਿਬ ਕਹਿੰਦੇ ਸੀਗੇ ਕਿ ਜੇ ਇਹ ਲੋਕ ਜੇਲ੍ਹਾਂ ਦੇ ਵਿੱਚ ਨਾ ਗਏ, ਜੇ ਕੌਮ ਨੂੰ ਇਨਸਾਫ ਨਾ ਮਿਲਿਆ ਤੇ ਮੈਂ ਅਹੁਦਾ ਛੱਡ ਕੇ ਸਾਈਡ ਤੇ ਹੋ ਜਾਊਂਗਾ। ਨਾ ਤੇ ਤੁਸੀਂ ਅਹੁਦਾ ਛੱਡਿਆ ਤੇ ਨਾ ਲੋਕਾਂ ਨੂੰ ਇਨਸਾਫ ਮਿਲਿਆ, ਤੁਸੀਂ ਕਿਹੜੀ ਜਾਂਚ ਦੀਆਂ ਗੱਲਾਂ ਕਰਦੇ ਹੋ? 1 ਸਾਲ ਤੋਂ ਉੱਪਰ ਹੋ ਗਿਆ, 14 ਮਹੀਨੇ ਤੋਂ ਆ ਧਰਨਾ ਇੱਥੇ ਲੱਗਾ। 328 ਸਰੂਪਾਂ ਦਾ ਲੋਕ ਤੁਹਾਡੇ ਕੋਲੋਂ ਹਿਸਾਬ ਮੰਗਦੇ ਨੇ, ਉਹਦੇ ਖਿਲਾਫ ਕਾਰਵਾਈ ਮੰਗਦੇ ਨੇ। ਅੱਜ ਤੱਕ ਤੇ ਇਹ ਇਨਸਾਫ 14 ਮਹੀਨਿਆਂ 'ਚ ਨਹੀਂ ਦਿੱਤਾ। ਔਰ ਇਹ ਜਿਹੜੀ ਕੰਪਲੇਂਟ ਆ ਉਹ ਕਮਿਸ਼ਨਰ ਦਫ਼ਤਰ ਵੀ ਜਿਹੜਾ ਸੁਪਰਵਾਈਜ਼ਰ ਸੀਗਾ ਉਹਨੇ ਦਿੱਤੀ, ਔਰ ਲੋਕਾਂ ਨੇ ਤੁਹਾਡੇ ਦਫ਼ਤਰ ਬਾਹਰ ਵੀ ਧਰਨਾ ਲਾਇਆ, ਤੇ ਤੁਸੀਂ ਕੁੱਟ-ਕੁੱਟ ਕੇ ਲੋਕ ਉਹ ਦੂਰੇ ਕਰ ਦਿੱਤੇ ਸੀ ਕਿ ਤੁਸੀਂ ਕੌਣ ਹੁੰਦੇ ਹੋ ਹਿਸਾਬ ਮੰਗਣ ਵਾਲੇ, ਅਸੀਂ ਧਰਮ ਦੇ ਠੇਕੇਦਾਰ ਆ, ਅਸੀਂ ਆਪਣੀ ਮਰਜ਼ੀ ਨਾਲ ਕਰਾਂਗੇ ਜੋ ਕਰਾਂਗੇ। ਹੁਣ ਤੁਸੀਂ ਕੱਲ ਵੀ ਕਹਿ ਦਿੱਤਾ ਕਿ ਇਹ ਜਾਂਚ ਜਿਹੜੀ ਮੈਂ ਆਪ ਕਰੂੰਗਾ। ਮੈਂ ਤੁਹਾਨੂੰ ਜਥੇਦਾਰ ਸਾਹਿਬ ਪੁੱਛਣਾ ਚਾਹੁੰਦਾ
ਕਿਹੜੀ ਅਮਰੀਕਾ ਵਾਲੀ FBI ਦੀ ਏਜੰਸੀ ਤੁਹਾਡੇ ਕੋਲ ਆ ਗਈ, ਕਿਹੜੀ ਤੁਸੀਂ ਰਸ਼ੀਆ ਵਾਲੀ KGB ਖੋਲ ਲਈ ਹੈ, ਜਾਂ ਇਜ਼ਰਾਈਲ ਦੀ ਜਿਹੜੀ ਕੋਈ ਮਸਾਦ ਏਜੰਸੀ ਹੈ, ਜਿਹੜੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਹੈ, ਉਹਦੇ ਬਰਾਬਰ ਦੀ ਤੁਸੀਂ ਏਜੰਸੀ ਖੋਲ ਲਈ ਹੈ। ਕਿੱਥੋਂ ਤੁਸੀਂ ਇਨਵੈਸਟੀਗੇਸ਼ਨ ਕਰੋਗੇ? ਪਹਿਲੀਆਂ ਜਿਹੜੀਆਂ ਜਾਂਚਾਂ ਸੀ ਉਹਦਾ ਹਿਸਾਬ ਤੇ ਲੋਕਾਂ ਨੂੰ ਦੇ ਦਿਓ। ਹੁਣ ਤੁਸੀਂ ਜਨਤਾ ਹੋ ਇੱਥੇ, ਮੈਂ ਤੁਹਾਨੂੰ ਵੀ ਸਵਾਲ ਕਰਨਾ ਚਾਹੁੰਦਾ। ਇੱਕ ਬੰਦਾ ਬੇਅਦਬੀ ਦੇ ਵਿੱਚ, ਮੇਰਾ ਖਿਆਲ ਬੇਅਦਬੀ ਦੇ ਨਾਂ ਦੇ ਉੱਤੇ ਉਹਨੇ ਵੀ ਕੁਤਾਹੀ ਕੀਤੀ ਸੀ, ਸਿੰਘੂ ਬਾਰਡਰ ਦੇ ਉੱਤੇ ਵੱਢਿਆ ਗਿਆ ਸੀਗਾ, ਤੁਹਾਨੂੰ ਯਾਦ ਹੋਊਗਾ। ਹਮੇਸ਼ਾ ਨਸ਼ੇੜੀ, ਕਿਰਾਏ ਦੇ ਬੰਦੇ, ਜਿਨ੍ਹਾਂ ਨੂੰ ਲੋਕ ਪੈਸੇ ਦੇ ਕੇ ਭੇਜ ਦਿੰਦੇ ਨੇ, ਉਹਨਾਂ ਨੂੰ ਕਿਉਂ ਮੌਤ ਦੀ ਘਾਟ ਉਤਾਰਿਆ ਜਾਂਦਾ? ਐਡੇ ਐਡੇ ਵੱਡੇ ਬੰਦਿਆਂ ਦੇ ਨਾਮ ਆਏ ਬੇਅਦਬੀ ਦੇ ਵਿੱਚ, ਐਡੇ ਐਡੇ ਵੱਡੇ ਅਫਸਰਾਂ ਦੇ ਨਾਮ ਆਏ ਬੇਅਦਬੀ ਦੇ ਵਿੱਚ, ਉਹਨਾਂ ਵਿੱਚੋਂ ਕਿੰਨੇ ਕੁ ਲੋਕਾਂ ਨੂੰ ਮੌਤ ਦੀ ਘਾਟ ਉਤਾਰਿਆ ਗਿਆ? ਉਹਨਾਂ ਵਿੱਚੋਂ ਕਿੰਨੇ ਕੁ ਲੋਕਾਂ ਨੂੰ ਵੱਢਿਆ ਗਿਆ? ਜੋ ਵੀ ਹੈ, ਮੈਂ ਨਹੀਂ ਕਹਿੰਦਾ ਇਹ ਕੰਮ ਬਿਲਕੁਲ ਗਲਤ ਹੋਇਆ, ਜੋ ਵੀ ਹੋਇਆ, ਜੇ ਉਹ ਬੰਦੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਨੇ ਕੋਸ਼ਿਸ਼ ਕੀਤੀ, ਸੰਗਤ ਨੇ ਉਹਨੂੰ ਕਾਬੂ ਕਰ ਲਿਆ, ਸ਼੍ਰੋਮਣੀ ਕਮੇਟੀ ਨੇ ਉਹਨੂੰ ਕਾਬੂ ਕਰ ਲਿਆ, ਟਾਸਕ ਫੋਰਸ ਨੇ, ਔਰ ਉਸ ਤੋਂ ਬਾਅਦ ਉਸ ਬੰਦੇ ਨੂੰ ਕੰਪਲੈਕਸ ਦੇ ਵਿੱਚ ਮਾਰਨਾ, ਜਿਹੜੀ ਬੇਅਦਬੀ ਉਹ ਕਰਨਾ ਹੈ, ਉਹ ਤੁਸੀਂ ਰੋਕ ਲਈ, ਤੁਹਾਡੀ ਸ਼ਲਾਘਾ ਕਰਨੀ ਬਣਦੀ ਹੈ। ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਬੰਦਾ ਮਾਰ ਦੇਣਾ ਬੇਅਦਬੀ ਨਹੀਂ ਹੈਗੀ? ਮਤਲਬ ਉਹਨੂੰ ਪੁੱਛਦੇ, ਉਹਦੇ ਕੋਲ ਬਕਾਉਂਦੇ ਵੀ ਤੈਨੂੰ ਘੱਲਿਆ ਕਿੰਨੇ ਹੈ, ਤੈਨੂੰ ਭੇਜਿਆ ਕਿੰਨੇ ਹੈ, ਤੇਰੇ ਮਗਰ ਸਰਗਨਾ ਕੌਣ ਹੈ, ਉਹਨੂੰ ਇੰਟਰੋਗੇਸ਼ਨ ਕਰਦੇ। ਜੇ ਤੁਹਾਨੂੰ ਪੁਲਿਸ ਦੇ ਉੱਤੇ ਭਰੋਸਾ ਨਹੀਂ ਸੀ ਤੇ ਤੁਸੀਂ ਪੁਲਿਸ ਦੇ ਨਾਲ ਇੱਕ ਜੁਆਇੰਟ ਕਮੇਟੀ ਬਣਾਉਂਦੇ ਵੀ ਸਾਡੀ ਦੇਖ ਰੇਖ 'ਚ ਇਹਦੀ ਜਾਂਚ ਹੋਊਗੀ, ਇਸ ਬੰਦੇ ਨੂੰ ਅਸੀਂ 1 ਮਿੰਟ ਵੀ ਅੱਖੋਂ ਪਰੋਖੇ ਨਹੀਂ ਹੋਣ ਦੇਣਾ, ਤੇ ਫਿਰ ਤੇ ਉਹਦੇ ਪਿੱਛੇ ਸਾਜ਼ਿਸ਼ ਦਾ ਜਿਹੜਾ ਜਿੰਨੇ ਵੀ ਰਚੀ, ਜਿੰਨੇ ਵੀ ਕਿਹਾ ਹੋਊਗਾ, ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਕਿਸੇ ਨਾ ਕਿਸੇ ਨੇ ਤੇ ਭੇਜਿਆ ਹੋਊਗਾ, ਜਾਂ ਉਹਦੇ ਮਨ ਦੇ ਵਿੱਚ ਕੀ ਮਨਸ਼ਾ ਸੀ, ਉਹਦੇ ਕੋਲ ਬਕਾਉਂਦੇ, ਚਾਹੇ ਉਹਦੀ ਮਾਰਗੁੱਟ ਕਰਦੇ, ਚਾਹੇ ਉਹਨੂੰ 3rd ਡਿਗਰੀ ਕਰਦੇ, ਤੇ ਤੁਸੀਂ ਉਹਦੇ ਕੋਲੋਂ ਪੁੱਛਗਿੱਛ ਕਰਦੇ, ਤੇ ਅੱਜ ਸੰਗਤ ਦੇ ਸਾਹਮਣੇ ਸੱਚਾਈ ਆਉਂਦੀ ਤੁਹਾਡੇ ਬਿਆਨਾਂ ਦੇ ਨਾਲ ਕਿ ਮਾਰ ਦਿਆਂਗੇ, ਵੱਢ ਦਿਆਂਗੇ। ਪਰਸੋਂ ਕਪੂਰਥਲੇ ਦੇ ਵਿੱਚ ਇੱਕ ਬੰਦਾ ਮਰ ਗਿਆ, ਉਹਦੀਆਂ ਵੀਡੀਓ ਆ ਰਹੀਆਂ, ਉਹ ਤੇ ਪਾਗਲ ਹੈ, ਮਤਲਬ ਉਹ ਮੈਂਟਲੀ ਅਪਸੈਟ ਸੀਗਾ, ਉਹਨੂੰ ਵੀ ਮਾਰ ਦਿੱਤਾ ਗਿਆ। ਇੱਕ ਘਟਨਾ ਤੁਹਾਡੇ ਸਾਹਮਣੇ ਨਹੀਂ ਆਈ, ਆ ਨਾਲ ਦੇ ਪਾਸੇ ਸੁਦਰਸ਼ਨ ਨਗਰ ਹੈ, 100 ਫੁੱਟੀ ਸੜਕ ਦੇ ਉੱਤੇ, ਉੱਥੇ ਪਤਾ ਨਹੀਂ ਕੋਈ ਸ਼ਰਾਬੀ ਸੀਗਾ, ਨਸ਼ੇੜੀ ਸੀਗਾ, ਇਹ ਪਰਸੋਂ ਰਾਤ ਦੀ ਗੱਲ ਹੈ, ਉਹ ਗੁਰਦੁਆਰਾ ਸਾਹਿਬ ਦੇ ਬਾਹਰ ਬਹਿ ਗਿਆ, ਕਈ ਲੋਕਾਂ ਦੇ ਮਨ 'ਚ ਭੁਲੇਖਾ ਆਇਆ, ਉਹਨੂੰ ਕੁੱਟ-ਕੁੱਟ ਕੇ ਧਮੋਇਆ ਕਰ ਦਿੱਤਾ, ਤੇ ਆ B ਡਿਵੀਜ਼ਨ ਥਾਣੇ ਦੇ ਵਿੱਚ ਉੱਥੇ ਦਿੱਤਾ, ਤੇ ਉੱਥੇ ਉਹਦੀ ਉਹ ਜਾਨ ਬਚੀ ਆ। ਮਤਲਬ ਇਸ ਤਰੀਕੇ ਦੀਆਂ ਘਟਨਾਵਾਂ ਦੇ ਜ਼ਿੰਮੇਵਾਰ ਕੌਣ ਨੇ? ਮੈਂ ਪੁੱਛਣਾ ਚਾਹੁੰਦਾ। ਮੈਂ ਵੀ ਮਤਲਬ ਉਸੇ ਗੁਰੂ ਮਹਾਰਾਜ ਦਾ ਬੱਚਾ ਵਾਂ, ਉਹਦੇ ਚਰਨਾਂ ਦੀ ਧੂੜ ਆ। ਸਾਡੀ ਕੌਮ ਐਡੀ ਜ਼ਾਲਮ ਕਦੋਂ ਦੀ ਹੋ ਗਈ? ਮਤਲਬ ਤੁਸੀਂ ਉਹਨੂੰ ਪੁੱਛੋ ਤੋਂ ਉੱਥੇ ਸਿਰਫ ਉਹਨੂੰ ਪੁੱਛਣ ਦੀ ਬਜਾਏ ਮਤਲਬ ਕੁੱਟਣਾ ਹੀ ਸ਼ੁਰੂ ਕਰ ਦਿੱਤਾ, ਉਹਨੂੰ ਮਾਰਨਾ ਹੀ ਸ਼ੁਰੂ ਕਰ ਦਿੱਤਾ। ਹੁਣ ਮੈਂ ਤੁਹਾਨੂੰ ਸਵਾਲ ਕਰਦਾ, ਬਾਬੇ ਨਾਨਕ ਦੇ ਪੈਰੋਕਾਰ ਤੇ ਸਾਰੀ ਦੁਨੀਆ ਦੇ ਵਿੱਚ ਨੇ ਨਾ। ਬਾਬੇ ਨਾਨਕ ਨੇ ਕਾਬੇ ਵੱਲ ਪੈਰ ਕਰ ਲਏ ਸੀਗੇ, ਤੇ ਕੀ ਮੁਸਲਮਾਨਾਂ ਨੇ ਬਾਬੇ ਨਾਨਕ ਨੂੰ ਮਾਰ ਦਿੱਤਾ ਸੀਗਾ? ਬਾਬੇ ਨਾਨਕ ਨੇ ਚੜ੍ਹਦੇ ਪਾਸੇ ਜਲ ਨਹੀਂ ਸੀ ਚੜਾਇਆ, ਤੇ ਲਹਿੰਦੇ ਪਾਸੇ ਚੜਾ ਦਿੱਤਾ ਸੀਗਾ, ਜਿਹਦੇ ਤੇ ਮਤਲਬ ਹਿੰਦੂ ਭਾਈਚਾਰੇ ਨੇ ਇਤਰਾਜ਼ ਕੀਤਾ ਸੀਗਾ, ਤੇ ਉਦੋਂ ਇਹੋ ਜਿਹੀਆਂ ਘਟਨਾਵਾਂ ਹੋ ਜਾਂਦੀਆਂ ਸੀਗੀਆਂ। ਅੱਜ ਬਾਬੇ ਨਾਨਕ ਦੇ ਇਕੱਲੇ ਸਿੱਖ ਹੀ ਪੈਰੋਕਾਰ ਨਹੀਂ, ਜੇ ਉਦੋਂ ਇਹੋ ਜਿਹੇ ਹਾਲਾਤ ਹੁੰਦੇ, ਉਦੋਂ ਇਹੋ ਜਿਹੀ ਮਨ ਦੇ ਵਿੱਚ ਈਰਖਾ ਜਾਂ ਮਤਲਬ ਇੰਨਾ ਗੁੱਸਾ ਹੁੰਦਾ, ਤੇ ਅੱਜ ਸਵਾਏ ਬਾਬੇ ਨਾਨਕ ਨੂੰ ਸਿੱਖਾਂ ਤੋਂ ਬਗੈਰ ਕੋਈ ਮੰਨਦਾ ਹੀ ਨਾ। ਉਹਨਾਂ ਨੂੰ ਤੇ ਕੋਈ ਮਤਲਬ ਉੱਥੇ ਨਨਕਾਣਾ ਸਾਹਿਬ ਲਈ ਇੰਨੇ ਲੋਕਾਂ ਨੇ ਘਾਲਣਾ ਕੀਤੀ, ਇੰਨਾ ਸਾਰਾ ਕੁਝ ਕੀਤਾ, ਤੇ ਲੋਕ ਜਾਂਦੇ ਹੀ ਨਾ। ਫਿਰ ਇਹੋ ਜਿਹੀਆਂ ਸਾਜ਼ਿਸ਼ਾਂ ਤੋਂ ਪਰਦਾ ਹਟਣਾ ਚਾਹੀਦਾ। ਜਿੱਥੇ ਪਿਛਲੇ ਜਿਹੜੇ 2 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹਨਾਂ ਦਾ ਲੋਕਾਂ ਨੂੰ ਇਨਸਾਫ ਨਹੀਂ ਮਿਲਿਆ। 328 ਗਾਇਬ ਨੇ, ਇਹ ਕਿੱਥੇ ਪਏ ਨੇ? ਇਹਨਾਂ ਦੀ ਕੋਈ ਬੇਅਦਬੀ ਨਹੀਂ ਕਰ ਰਿਹਾ। ਇਹਦੇ ਬਾਰੇ ਤੇ ਅੱਜ ਤੱਕ ਤੁਹਾਡੇ ਕੋਲੋਂ ਜਾਂਚ ਨਹੀਂ ਹੋਈ। ਕਿਸੇ ਬੰਦੇ ਨੂੰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਮਾਰ ਦੇਣਾ, ਤੁਹਾਨੂੰ ਇਹ ਪਤਾ ਕਿ ਕਈ ਸ਼ਰਧਾਲੂ ਇੱਥੇ ਆਉਣੋਂ ਘਟਣਗੇ, ਕਈ ਸਾਡੇ ਧਰਮ ਦੇ ਲੋਕ ਨਹੀਂ ਆਉਂਦੇ ਜਿਨ੍ਹਾਂ ਨੂੰ ਸਾਰੀ ਮਰਿਆਦਾ ਪਤਾ ਵਾ। ਦੂਜੇ ਲੋਕ ਇੱਥੇ ਆਉਣੋਂ ਕਈ ਵਾਰੀ ਡਰਨਗੇ ਕਿ ਯਾਰ ਅਚਾਨਚੱਕ ਹੀ ਸਾਡੇ ਕੋਲੋਂ ਕੋਈ ਗਲਤੀ ਹੋ ਸਕਦੀ ਹੈ, ਤੇ ਉਹਦੇ ਨਾਲ ਤੇ ਮੁੜ ਕੇ ਸਾਡਾ ਜਿਹੜਾ ਸਰੀਰਕ ਹੈ ਉਹ ਨੁਕਸਾਨ ਹੋ ਸਕਦਾ ਵਾ। ਇਸ ਘਟਨਾ ਦੇ ਨਾਲ ਜਿੱਦਾਂ ਆਪਾਂ ਜੋਸ਼ ਵਿਖਾ ਰਹੇ ਆ, ਜਿੰਨਾ ਆਪਾਂ ਲੜ ਕੇ ਕਰ ਰਹੇ ਆ ਵੀ ਫੜ ਲਾਂਗੇ, ਮਾਰ ਦਿਆਂਗੇ, ਕੱਲ ਨੂੰ ਤੁਹਾਡੇ ਵਪਾਰ ਦੇ ਉੱਤੇ ਕਿੰਨਾ ਅਸਰ ਪਊਗਾ? ਕੱਲ ਨੂੰ ਕੋਈ ਸਿੱਖਾਂ ਨਾਲ ਵਪਾਰ ਕਰਨ ਦੀ ਕੋਸ਼ਿਸ਼ ਕਰੂਗਾ? ਮੈਂ ਇੱਕ ਗੱਲ ਤੁਹਾਨੂੰ ਸਪਸ਼ਟ ਕਰ ਦੇਣਾ ਚਾਹੁੰਦਾ, ਹਰ ਬੰਦਾ ਆਪਣੇ ਧਰਮ ਦਾ ਸਕਾ, ਹਰ ਬੰਦਾ ਆਪਣੇ ਧਰਮ ਲਈ ਜਾਨ ਦੇਣ ਲਈ ਤਿਆਰ ਹੈ, ਪਰ ਕੋਈ ਵੀ ਸੂਬਾ, ਕੋਈ ਵੀ ਦੇਸ਼ ਕੱਲਾ ਧਰਮ ਦੇ ਸਿਰ ਦੇ ਉੱਤੇ ਨਹੀਂ ਚੱਲ ਸਕਦਾ। ਉਹਦੇ ਲਈ ਤੁਹਾਡਾ ਆਪਸੀ ਭਾਈਚਾਰਾ, ਆਪਸੀ ਮੇਲ ਮਿਲਾਪ ਹੋਣਾ ਜ਼ਰੂਰੀ ਹੈ। ਔਰ ਡਰ ਵੇਖੋ, ਮੈਂ ਡਰ ਦੱਸਣ ਲੱਗਾ ਤੁਹਾਨੂੰ ਕਿ ਕਿਸੇ ਵੀ ਅਫਸਰ ਦੀ ਸਟੇਟਮੈਂਟ ਨਹੀਂ ਆਈ ਕਿ ਅਸੀਂ ਇਹਦੀ ਜਾਂਚ ਕਰਾਂਗੇ, ਇਹਦੀ ਤਹਿ ਤੱਕ ਜਾਵਾਂਗੇ। ਉਹ ਬੰਦੇ ਦੀ ਮੇਰੇ ਖਿਆਲ ਲਾਸ਼ ਰੱਖੀ ਆ, ਉਹਦੀ ਫੋਟੋ ਦਿੱਤੀ ਆ, ਪਤਾ ਨਹੀਂ ਉਹ ਸਾਹਮਣੇ ਆਉਂਦਾ ਕਿ ਨਹੀਂ ਆਉਂਦਾ, ਉਹਦਾ ਕੋਈ ਪਰਿਵਾਰਕ ਮੈਂਬਰ ਆਉਂਦਾ ਕਿ ਨਹੀਂ ਆਉਂਦਾ, ਕੋਈ ਬੰਦਾ ਉਹਦੀ ਆ ਕੇ ਸ਼ਨਾਖਤ ਕਰਦਾ ਕਿ ਨਹੀਂ ਕਰਦਾ। ਮਤਲਬ ਕਿਸੇ ਅਫਸਰ ਦੀ ਵੀ ਹਿੰਮਤ ਨਹੀਂ ਹੈਗੀ ਕਿ ਉਹ ਆ ਕੇ ਕਹਿ ਦੇਵੇ ਕਿ ਮੈਂ ਇਹਦੀ ਜਾਂਚ ਕਰੂੰਗਾ। ਕਾਰਨ ਕੀ ਹੈ?
ਕਿ ਧਰਮ ਸਾਡਾ ਐਡਾ ਹਾਵੀ ਹੈ ਕਿ ਜਿਹੜੀ ਸਰਕਾਰ ਹੈ, ਜਿਹੜਾ ਕੁਝ ਵੀ ਅਫਸਰ ਆ, ਚਾਹੇ ਉਹ ਪੁਲਿਸ ਅਫਸਰ ਆ, ਚਾਹੇ ਉਹ ਜਿਹੜੇ ਆ ਸਿਵਲ ਅਫਸਰ ਆ, ਉਹ ਕਠਪੁਤਲੀ ਬਣ ਜਾਂਦੇ ਜਦੋਂ ਧਰਮ ਦੇ ਆਗੂ ਅੱਗੇ ਆ ਜਾਂਦੇ ਆ, ਧਰਮ ਦੇ ਠੇਕੇਦਾਰ ਅੱਗੇ ਆ ਜਾਂਦੇ ਆ। ਮੈਂ ਇਕੱਲਾ ਇੱਕ ਧਰਮ ਦੀ ਗੱਲ ਨਹੀਂ ਕਰਦਾ, ਮੈਂ ਸਾਰਿਆਂ ਦੀ ਕਰਦਾ। ਮੈਂ ਇਹਦੇ ਨਾਲ ਮੈਂ ਲੋਕਾਂ ਨੂੰ ਅਪੀਲ ਕਰਦਾ, ਆਪਸੀ ਭਾਈਚਾਰਾ ਬਣਾ ਕੇ ਰੱਖੋ। ਇਹਦੇ ਨਾਲ ਮੈਂ ਇੱਕ ਅਪੀਲ ਹੋਰ ਕਰਨ ਲੱਗਾ, ਮੈਂ ਕੋਈ ਛੋਟੇ ਨਹੀਂ ਹੋ ਜਾਣਾ। ਮੈਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੜਾ ਬੋਲਦਾ। ਮੈਂ ਸਿੱਧੂ ਨੂੰ ਅਪੀਲ ਕਰਦਾ ਕਿ ਇਸ ਵੇਲੇ ਪੰਜਾਬ ਦਾ ਸਭ ਤੋਂ ਤਾਕਤਵਰ ਬੰਦਾ ਤੂੰ ਆ। ਤੇਰੀ ਮਰਜ਼ੀ ਨਾਲ ਡੀਜੀਪੀ ਲੱਗਦਾ, ਤੇਰੀ ਮਰਜ਼ੀ ਨਾਲ ਐਡਵੋਕੇਟ ਜਨਰਲ ਲੱਗਦਾ, ਤੇਰੀ ਮਰਜ਼ੀ ਨਾਲ ਡੀਸੀ ਐਸਐਸਪੀ ਲੱਗਦੇ ਆ। ਇਹ 328 ਸਰੂਪਾਂ ਦੀ ਇੱਕ ਕੰਪਲੇਂਟ ਪੈਂਡਿੰਗ ਪਈ ਹੈ, ਇਹਦੇ ਉੱਤੇ ਪਰਚਾ ਦਰਜ ਕਰਾ। ਤੇ ਜੇ ਮੈਂ ਤੁਹਾਡੇ ਕੋਲੋਂ ਸਿੱਧੂ ਸਾਹਿਬ ਮੰਗ ਕਰਨ ਡਿਆ, ਮੈਂ ਤੁਹਾਨੂੰ ਵੀ ਕਹਦਾ ਤੇ ਤੁਹਾਡੇ ਚੇਲੇ ਚਪਾਟਿਆਂ ਨੂੰ ਵੀ ਕਹਦਾ, ਇਹ ਮਨ ਚ ਵਹਿਮ ਨਾ ਪਾਇਓ ਵੀ ਕਈ ਲੋਕ ਕਹਿੰਦੇ ਆ ਉਹਦੀ ਤਾਰੀਫ ਕਰਦਾ, ਉਹ ਕੋਈ ਡਰਦਾ ਹੋਣਾ। ਡਰਦਾ ਮੈਂ ਉਸ ਗੁਰੂ ਮਹਾਰਾਜ ਤੋਂ ਆ, ਬੰਦਾ ਮੈਨੂੰ ਕੋਈ ਡਰਾਉਣ ਵਾਲਾ ਜੰਮਿਆ ਨਹੀਂ। ਮੈਂ ਵਹਿਮ ਤੁਹਾਡਾ ਕੱਢ ਦਵਾਂ, ਪਰ ਮੇਰੀ ਅਪੀਲ ਹੈ ਕਿ ਤੁਸੀਂ ਤਾਕਤਵਰ ਹੋ। ਤੁਸੀਂ ਜੇ ਲੋਕਾਂ ਨੂੰ ਇਨਸਾਫ ਦੇਣਾ ਚਾਹੁੰਦੇ ਹੋ, ਉਹ ਦੋ ਸਰੂਪ ਤੇ ਰਹਿ ਗਏ। ਆ 328 ਸਰੂਪਾਂ ਦਾ ਹਿਸਾਬ ਤੇ ਲੈ ਕੇ ਦਿਓ ਲੋਕਾਂ ਨੂੰ, ਜਿਹਦੀ ਕੰਪਲੇਨ ਪੁਲਿਸ ਅਫਸਰ ਕੋਲ ਪੈਂਡਿੰਗ ਪਈ ਆ। ਇਹਦੇ ਨਾਲ ਮੈਂ ਮੁੱਖ ਮੰਤਰੀ ਨੂੰ ਯਾਦ ਕਰਾਉਣਾ ਚਾਹੁੰਦਾ, ਇੱਕ ਵਾਰੀ ਮੈਂ ਇਸ ਧਰਨੇ ਦੇ ਉੱਤੇ ਆਇਆ ਸੀਗਾ, ਮੈਂ ਇੱਥੋਂ ਫੋਨ ਲਾਇਆ ਸੀਗਾ ਚਰਨਜੀਤ ਸਿੰਘ ਚੰਨੀ ਨੂੰ, ਉਦੋਂ ਮੁੱਖ ਮੰਤਰੀ ਨਹੀਂ ਸੀ ਬਣੇ, ਔਰ ਉਹਨਾਂ ਮੇਰੇ ਨਾਲ ਵਾਅਦਾ ਕੀਤਾ ਸੀ ਹਾਲਾਤ ਵੇਖ ਕੇ ਕਿ ਇੱਕ ਵਾਰੀ ਮੈਂ ਧਰਨੇ ਤੋਂ ਹੋ ਕੇ ਜਾਊਂਗਾ, ਇੱਥੋਂ ਸਾਰੇ ਹਾਲਾਤ ਵੇਖ ਕੇ ਜਾਊਂਗਾ। ਤੇ ਮੁੱਖ ਮੰਤਰੀ ਬਣ ਗਏ ਤੇ ਤੁਸੀਂ ਧਰਨਾ ਵੀ ਭੁੱਲ ਗਏ। ਤੀਜਾ, ਮੈਂ ਗ੍ਰਹਿ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ, ਜਿਹੜੇ ਸੁਖਜਿੰਦਰ ਸਿੰਘ ਰੰਧਾਵਾ ਨੇ, ਤੁਹਾਨੂੰ ਤੇ ਯਾਦ ਹੋਊਗਾ ਰੰਧਾਵਾ ਸਾਹਿਬ, ਤੁਸੀਂ ਮੇਰੇ ਨਾਲ ਕੈਪਟਨ ਅਮਰਿੰਦਰ ਸਿੰਘ ਕੋਲ ਗਏ ਸੀ ਇਹ ਮਸਲਾ ਲੈ ਕੇ। ਕੈਪਟਨ ਅਮਰਿੰਦਰ ਸਿੰਘ ਵੀ ਮੰਨਿਆ ਸੀਗਾ ਕਿ ਪਰਚਾ ਦਰਜ ਕਰ ਦਿੰਨੇ ਆ। ਤੁਸੀਂ ਵੀ ਮੈਨੂੰ ਕਿਹਾ ਸੀਗਾ ਵੀ ਪਰਚਾ ਦਰਜ ਹੋ ਜਾਊਗਾ। ਮੈਂ ਨਹੀਂ ਕਹਿੰਦਾ ਇਹ ਸ਼੍ਰੋਮਣੀ ਕਮੇਟੀ ਦੋਸ਼ੀ ਹੈ, ਮੈਂ ਨਹੀਂ ਕਹਿੰਦਾ ਇਹ ਦੋਸ਼ੀ ਨੇ, ਮੈਂ ਨਹੀਂ ਕਹਿੰਦਾ ਇਹ ਦੋਸ਼ੀ ਹੈ। ਇੱਕ ਪਰਚਾ ਦਰਜ ਕਰਕੇ ਉਹਦੀ ਜਾਂਚ ਤੇ ਸ਼ੁਰੂ ਹੋਣੀ ਚਾਹੀਦੀ ਹੈ ਨਾ। ਜਦੋਂ ਜਾਂਚ ਤੁਹਾਡੇ ਘਰਾਂ ਤੱਕ ਜਾਣ ਲੱਗਦੀ ਹੈ ਤੇ ਤੁਸੀਂ ਉੱਥੇ ਜਾਂਚ ਹੀ ਬੰਦ ਕਰ ਦਿੰਦੇ ਹੋ ਪੁਲਿਸ ਨੂੰ ਦਬਕੇ ਮਾਰ ਕੇ। ਸੋ ਮੇਰੀ ਤੁਹਾਨੂੰ ਪੰਜਾਬ ਦੇ ਤਿੰਨਾਂ ਆਗੂਆਂ ਨੂੰ ਬੇਨਤੀ ਹੈ, ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ, ਇਹਦਾ ਵੀ ਪਰਚਾ ਦਰਜ ਹੋ ਕੇ ਅੱਜ 14 ਮਹੀਨਿਆਂ ਤੋਂ ਇੱਥੇ ਧਰਨਿਆਂ 'ਚ ਬੈਠੇ ਨੇ, ਗਰਮੀ ਧੁੱਪ ਦੇ ਵਿੱਚ। ਕੋਈ ਪੁੱਛਦਾ ਵੀ ਨਹੀਂ ਯਾਰ ਆ ਕੇ ਵੀ ਮਤਲਬ ਤੁਸੀਂ ਦੱਸੋ, ਇਹੋ ਭਾਈ ਸਾਹਿਬ ਜਿਹੜੇ ਇੱਥੇ ਧਰਨਾ ਦੇ ਕੇ ਬੈਠੇ ਵੱਡੇ ਵੱਡੇ ਆਗੂਆਂ ਦੇ ਘਰ ਇਹਨਾਂ ਕੀਰਤਨ ਕੀਤਾ ਹੋਊਗਾ ਕਈ ਵਾਰੀ, ਕਈ ਆਗੂਆਂ ਦੇ ਸ਼ੋਕ ਖੁਸ਼ੀ ਦੇ ਸਮਾਗਮਾਂ ਤੇ ਗਏ ਹੋਣਗੇ, ਤੇ ਲੱਖ ਲਾਹਨਤ ਹੈ ਯਾਰ ਤੁਸੀਂ ਆ ਕੇ ਪੁੱਛੋ ਵੀ ਨਾ। ਇਹਦੇ ਨਾਲ ਮੈਂ ਲੋਕਾਂ ਨੂੰ ਅਪੀਲ ਕਰਦਾ, ਭਰਾਓ ਆਪਸੀ ਭਾਈਚਾਰਾ ਬਣਾ ਕੇ ਰੱਖੋ, ਇੱਕ ਦੂਜੇ ਨੂੰ ਨਫ਼ਰਤ ਨਾਲ ਨਾ ਵੇਖੋ। ਇਹਨਾਂ ਕੋਝੀਆਂ ਚਾਲਾਂ ਦੇ ਵਿੱਚ ਨਾ ਆਓ, ਇਹਨਾਂ ਚੀਜ਼ਾਂ ਦੇ ਵਿੱਚ ਕੁਛ ਨਹੀਂ ਰੱਖਿਆ। ਤੁਸੀਂ ਮੈਂ ਫਿਰ ਕਹਿੰਦਾ ਆਪਸੀ ਭਾਈਚਾਰਾ, ਇੱਕ ਦੂਜੇ ਨੂੰ ਨਫ਼ਰਤ ਨਾਲ ਨਾ ਵੇਖੋ। ਧਰਮ ਸਾਰਿਆਂ ਦਾ ਸਾਂਝਾ ਹੈ, ਆਪਸੀ ਭਾਈਚਾਰਾ ਬਣਾ ਕੇ ਚੱਲੋਗੇ ਤੇ ਸਾਡਾ ਸੂਬਾ, ਸਾਡਾ ਦੇਸ਼ ਤਰੱਕੀ ਕਰੂਗਾ। ਭੁੱਖੇ ਤੇ ਨਹੀਂ ਤੇ ਅਸੀਂ ਮਰ ਨਹੀਂ ਰਹੇ ਆ। ਸਾਨੂੰ ਸ਼ਦਾਈ ਬਣਾ ਕੇ ਤੇ ਸਾਰਾ ਸੂਬਾ ਲੁੱਟਦੇ ਰਹਿੰਦੇ ਆ ਤੇ ਅਖੀਰ 'ਚ ਅਸੀਂ ਆ ਕੇ ਉਹਨਾਂ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੰਦੇ ਆ। ਮੈਂ ਇਹ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਕੁਛ ਅਕਲ ਨੂੰ ਹੱਥ ਮਾਰੀਏ, ਚੰਗੇ ਕੰਮਾਂ ਲਈ ਉਸਾਰੂ ਸੋਚ ਰੱਖੀਏ, ਆਪਣੇ ਮਨ ਦੇ ਵਿੱਚੋਂ ਨਫ਼ਰਤ ਕੱਢੀਏ। ਇੱਥੇ ਤੇ ਹਾਲਾਤ ਉਹ ਬਣੇ ਆ ਕਿ ਇਨਸਾਨ ਹੀ ਇਨਸਾਨ ਕੋ ਡਸ ਰਹਾ ਹੈ, सांप तो कोने में बैठा हंस रहा है। मतलब ये सप्पां वाले काम असीं छड्डीए, आपसी भाईचारा मिला के चलीए। मैं चैलेंज करदा श्रोमणी कमेटी के प्रधान नूं, अगे भी मैं इत्थे खलो के कीता सी, हुण जांच करी जरूर, इहदे चों कढ के दसी भी बंदा कौन सी। पुलिस दे हत्थों ते तुसीं जांच ले ली ना, हुण इहनूं लभ के दसो कौन है। कख नहीं निकलना। ते जे तुहाडे विच जरा भी जमीर हैगा तुहाडे लोकां दे विच ते इह 328 रूपां दा हिसाब भी लोकां नूं लै के दो। धन्नवाद।